ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਮਤਿਹਾਨ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦੇ ਵਿੱਚੋਂ ਸਫਲਤਾ ਨਾਲ ਗੁਜ਼ਰਨ ਲਈ ਅਸੀਂ ਵਿਸ਼ਾ ਪੜ੍ਹਦੇ ਹਾਂ ਸਵਾਗਤ ਜ਼ਿੰਦਗੀ। ਤੇ ਹੁਣ ਮਜ਼ੇਦਾਰ ਗੱਲ ਇਹ ਹੈ ਕਿ ਸਵਾਗਤ ਜ਼ਿੰਦਗੀ ਦਾ ਆਪਣਾ ਇਮਤਿਹਾਨ ਵੀ ਸਿਰ ਤੇ ਹੈ। ਸੋ ਜੁਲਾਈ ਦੇ ਇਸ ਇਮਤਿਹਾਨ ਦੀ ਤਿਆਰੀ ਵਾਸਤੇ ਤਕਰੀਬਨ ਹਰ ਕਲਾਸ ਦੇ ਪਹਿਲੇ ਦੋ ਅਧਿਆਏ ਦੋ ਜਿਹੜੇ ਚੈਪਟਰਸ ਹੈਗੇ ਨੇ ਉਹਨਾਂ ਵਿੱਚੋਂ ਅਸੀਂ ਤਿਆਰੀ ਕਰਨੀ ਹੈ। We have to prepare, we have to focus on the first two chapters of each class. Subject, welcome line. ਹੁਨਰ ਨੂੰ ਤਰਾਸ਼ਣਾ, ਪੋਲਿਸ਼ਿੰਗ ਦਾ ਟੈਲੈਂਟ। ਅਭਿਆਸ ਦੇ ਨਾਲ ਅਸੀਂ ਆਪਣੇ ਹੁਨਰ ਨੂੰ ਹੋਰ ਨਿਖਾਰ ਸਕਦੇ ਹਾਂ। ਸੋ ਇਸ ਦੀ ਪਹਿਲੀ ਕਿਰਿਆ ਦੇ ਵਿੱਚ ਹੈ ਕਿ ਆਪਣੀ ਵਰਕਸ਼ੀਟ 'ਤੇ ਅਸੀਂ ਆਪਣੇ ਅੰਦਰਲੇ ਗੁਣ ਜਾਂ ਹੁਨਰ ਬਾਰੇ ਲਿਖਾਂਗੇ, ਜਿਵੇਂ ਕਿ ਮੈਨੂੰ ਖੇਡਣਾ ਪਸੰਦ ਆ, ਕਿ ਲਿਖਣਾ ਪਸੰਦ ਆ, ਗਾਉਣਾ ਪਸੰਦ ਆ। ਸੋ ਵੀ ਹੈਵ ਟੂ ਰਾਈਟ ਅਬਾਊਟ ਆਵਰ ਹੌਬੀ। ਫਿਰ ਇਸ ਨੂੰ ਕਰਕੇ ਸਾਨੂੰ ਕਿੰਨੀ ਕੁ ਖੁਸ਼ੀ ਮਿਲਦੀ ਹੈ ਇਹ ਵੀ ਦੱਸਣਾ ਹੈ, ਅਤੇ ਇਸ ਦੀ ਪ੍ਰਾਪਤੀ ਲਈ ਅਸੀਂ ਕਿਵੇਂ ਯਤਨ ਕਰ ਸਕਦੇ ਹਾਂ, ਮਾਤਾ ਪਿਤਾ ਨਾਲ ਅਸੀਂ ਕਿਵੇਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ। ਸੋ ਇਸ ਤੋਂ ਬਾਅਦ ਵਿੱਚ ਦੂਸਰੀ ਕਿਰਿਆ ਦੇ ਵਿੱਚ ਅਸੀਂ ਕੋਈ ਵੀ ਗੀਤ ਹੈ ਜਿਹੜਾ ਉਸ ਨੂੰ ਗਾਉਣਾ ਹੈ, ਉਹਦੀ ਆਪ ਤਰਜ਼ ਬਣਾ ਕੇ ਗਾਉਣ ਦੀ ਕੋਸ਼ਿਸ਼ ਕਰਨੀ ਹੈ। ਇਸੇ ਤਰ੍ਹਾਂ ਹੀ ਜਿਹਨੂੰ ਲਿਖਣ ਦਾ ਸ਼ੌਕ ਹੈ ਉਹ ਮੇਰਾ ਸੁਪਨਾ, ਮਾਈ ਡਰੀਮ, ਇਸ ਟੌਪਿਕ 'ਤੇ 10 ਕੁ ਸਤਰਾਂ ਲਿਖੇਗਾ। ਪੇਂਟਿੰਗ ਜਾਂ ਭਵਨ ਨਿਰਮਾਣ ਕਲਾ ਵਾਲੇ ਵਿਦਿਆਰਥੀ ਉਹ ਕਾਪੀ 'ਤੇ ਕੋਈ ਉਸਾਰੀ ਦਾ ਸੁਪਨਾ ਲੈਂਦੇ ਨੇ, ਉਸ ਬਾਰੇ ਲਿਖ ਸਕਦੇ ਆ। ਸੋ ਆਪੋ ਆਪਣੇ ਫੀਲਡ ਦੇ ਬਾਰੇ, ਹੁਨਰ ਦੇ ਬਾਰੇ ਵਿੱਚ ਬੱਚੇ ਨੇ ਲਿਖਣਾ। ਤੀਸਰੀ ਕਿਰਿਆ ਦੇ ਵਿੱਚ ਬੱਚਿਆਂ ਨੇ ਕਵਿਤਾਵਾਂ ਸਮੂਹਾਂ ਦੇ ਵਿੱਚ ਇਨ ਗਰੁੱਪਸ ਤੇ ਹੈਵ ਟੂ ਰਿਸਾਈਟ ਪੋਇਮ। ਸੋ ਉਹ ਕਵਿਤਾਵਾਂ ਨੂੰ ਪੇਸ਼ ਕਰਨਾ। ਉਸ ਤੋਂ ਅੱਗੇ ਠੀਕ ਗਲਤ ਦੀ ਚੋਣ ਹੈ ਕਿ ਵਾਰ-ਵਾਰ ਕੀਤਾ ਅਭਿਆਸ ਹੁਨਰ ਨੂੰ ਨਿਖਾਰ ਦਿੰਦਾ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਇਸ ਦਾ ਉੱਤਰ ਸਹੀ ਹੈ। ਰਿਆਜ਼ ਨਾਲ ਗਾਇਨ ਕਲਾ ਨਿਖਾਰੀ ਜਾ ਸਕਦੀ ਹੈ, ਇਹ ਵੀ ਸਹੀ ਹੈ। ਹੁਨਰ ਜਨਮ ਤੋਂ ਹੀ ਕਿਸਮਤ ਵਾਲੇ ਲੋਕਾਂ ਨੂੰ ਮਿਲਦਾ, ਇਹ ਗੱਲ ਗਲਤ ਹੈ। ਅਤੇ ਪ੍ਰਤਿਭਾ ਨੂੰ ਤਰਾਸ਼ਣ ਲਈ ਸਿਖਲਾਈ ਵੀ ਲੈਣੀ ਚਾਹੀਦੀ ਹੈ, ਇਹ ਗੱਲ ਵੀ ਸਹੀ ਹੈ। ਵਿਸ਼ਾਲ ਦ੍ਰਿਸ਼ਟੀਕੋਣ ਦੀ ਗੱਲ ਕਰਦੇ ਹਾਂ ਤਾਂ ਵਿਸ਼ਾਲ ਦ੍ਰਿਸ਼ਟੀਕੋਣ ਉਹ ਹੈ ਜਿਸ ਨੇ ਆਪਣੀ ਸੋਚ ਨੂੰ ਖੋਲ੍ਹਿਆ ਹੋਇਆ ਹੈ। ਉਹ ਨਜ਼ਰੀਆ ਜਿਹੜਾ ਕਿ ਸਾਨੂੰ ਹਰ ਕਿਸੇ ਚੀਜ਼ ਨੂੰ, ਇਨਸਾਨ ਨੂੰ ਖੁੱਲ੍ਹੇਆਮ ਸਵੀਕਾਰ ਕਰਨ ਦੀ ਸਿੱਖਿਆ ਦਿੰਦਾ ਹੈ। ਵੈਨ ਵੀ ਐਕਸੈਪਟ ਐਵਰੀਵਨ ਵਿਦ positive attitude and also with broad perspective. ਸੋ ਇਹ ਚਿੱਤਰਾਂ ਦੇ ਰਾਹੀਂ ਦਰਸਾਇਆ ਗਿਆ ਕਿ ਖੁੱਲ੍ਹਾ ਅਤੇ ਬੰਦ ਨਜ਼ਰੀਆ ਕੀ ਹੁੰਦਾ ਹੈ। ਸੋ ਇੱਕ ਕਾਰਟੂਨ ਹੈ ਜਿਹੜਾ ਉਹ ਵੀ ਸਾਡੀ ਸ਼ਖਸੀਅਤ ਦੇ ਗੁਣ ਦਿਖਾ ਰਿਹਾ, ਉਸ ਦੇ ਆਧਾਰ 'ਤੇ ਵੀ ਅਸੀਂ ਲਿਖਣਾ। ਅਤੇ ਪੰਛੀਆਂ ਦੀ ਤਸਵੀਰ ਵੀ ਇਹੋ ਹੀ ਸਾਬਤ ਕਰਦੀ ਹੈ ਕਿ ਇੱਕ ਖੁੱਲ੍ਹੀ ਆਕਾਸ਼ ਵਿੱਚ ਪ੍ਰਵਾਸ ਭਰ ਰਿਹਾ ਅਤੇ ਇੱਕ ਬੰਦ ਖੰਭ ਕਰੀ ਬੈਠਾ। ਸੋ ਖੁੱਲ੍ਹੀ ਉਡਾਨ ਉਸ ਦੀ ਹੋਏਗੀ ਜਿਸ ਨੇ ਖੰਭ ਫੈਲਾਏ ਨੇ। ਇਸੇ ਤਰ੍ਹਾਂ ਅਸੀਂ ਆਪਣੀ ਸੋਚ ਨੂੰ ਖੁੱਲ੍ਹਾ ਕਰਨਾ, ਮੋਕਲਾ ਕਰ ਦੇਣਾ। ਅਤੇ ਸ਼ਖਸੀਅਤ ਦੇ ਕੁਝ ਗੁਣਾਂ ਦੀ ਵੀ ਗੱਲ ਕੀਤੀ ਹੈ, ਕੁਝ ਔਗੁਣਾਂ ਦੀ ਗੱਲ ਕੀਤੀ ਹੈ। ਬੱਚਿਆਂ ਨੇ ਲੱਭਣਾ ਹੈ ਕਿ ਕਿਹੜਾ ਗੁਣ ਕਿੱਧਰ ਹੈ। ਉਦਾਹਰਨ ਦੇ ਤੌਰ 'ਤੇ ਕਿਸੇ ਦੀ ਵੀ ਸਲਾਹ ਨਾ ਸੁਣਨਾ, ਇਹ ਤਾਂ ਤੰਗ ਸੁਭਾਅ ਦਾ ਲੱਛਣ ਆ। ਹਮੇਸ਼ਾ ਨਵਾਂ ਸਿੱਖਣ ਲਈ ਤਿਆਰ ਰਹਿਣਾ, ਇਹ ਖੁੱਲ੍ਹੇ ਸੁਭਾਅ ਦਾ ਲੱਛਣ ਆ। ਜ਼ਿੰਮੇਵਾਰੀ ਤੋਂ ਭੱਜਣਾ, ਤੰਗ ਸੁਭਾਅ। ਹਰ ਗੱਲ 'ਤੇ ਨੁਕਤਾਚੀਨੀ ਕਰਨੀ, ਤੰਗ ਸੁਭਾਅ। ਕਿਸੇ ਦੀ ਵੀ ਜਲਦੀ ਗੁੱਸੇ ਨਾਲ ਭੜਕ ਪੈਣਾ, ਤੰਗ ਸੁਭਾਅ। ਮਿਲਣਸਾਰ ਹੋਣਾ, ਖੁੱਲ੍ਹਾ ਸੁਭਾਅ। ਚੁਣੌਤੀ ਸਵੀਕਾਰਨਾ, ਐਕਸੈਪਟਿੰਗ ਚੈਲੰਜ ਇਜ਼ ਆਲਸੋ ਕੰਸਿਡਰਡ ਇਨ ਪੋਜ਼ੀਟਿਵ ਐਂਡ ਪ੍ਰੋਸਪੈਕਟਿਵ ਐਟੀਟਿਊਡ। ਅੱਗੇ ਬੱਚਿਓ, ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ, ਆਲੇ ਦੁਆਲੇ ਵਿੱਚ ਉਹਨਾਂ ਲੋਕਾਂ ਦੀ ਸੂਚੀ ਬਣਾਉਣੀ ਹੈ। ਨਾਂ ਲਿਖ ਕੇ ਦੱਸਣਾ ਹੈ ਕਿ ਕਿਹੜੇ ਵਿਅਕਤੀ ਦਾ ਕਿਹੋ ਜਿਹਾ ਵਿਹਾਰ ਹੈ। ਤੁਸੀਂ ਉਹਨਾਂ ਦੇ ਕਿਹੜੇ ਗੁਣ ਅਪਣਾਉਣਾ ਚਾਹੁੰਦੇ ਹੋ, ਇਹ ਦੱਸਣਾ ਹੈ। ਅੱਗੋਂ ਕਰੀਅਰ ਪ੍ਰਤੀ ਚੇਤਨਾ। ਇਸ ਦੀ ਗੱਲ ਕਰੀਏ ਤਾਂ ਇੱਕ ਕਹਾਣੀ ਦੱਸੀ ਗਈ ਹੈ ਵਰਿੰਦਰ ਕੁਮਾਰ ਜੀ ਦੀ, ਜਿਹੜੇ ਅਧਿਆਪਕ ਹਨ, ਕਰੀਅਰ ਕਾਉਂਸਲਰ ਹਨ। ਸਕੂਲ ਦੇ ਵਿੱਚ ਬੱਚਿਆਂ ਨੂੰ ਕਿੱਤਿਆਂ ਬਾਰੇ ਅਗਵਾਈ ਦਿੰਦੇ ਹਨ ਅਤੇ ਉਹ ਦੱਸਦੇ ਹਨ ਕਿ ਕਰੀਅਰ ਕਾਉਂਸਲਿੰਗ ਕੀ ਹੁੰਦੀ ਹੈ। ਅੱਜ ਕੱਲ੍ਹ ਦੇ ਜ਼ਮਾਨੇ 'ਚ ਸਾਨੂੰ ਇੱਕ ਤੋਂ ਜ਼ਿਆਦਾ ਆਪਸ਼ਨਸ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਕਈ ਵਾਰ ਅਸੀਂ ਜੋ ਕਿੱਤਾ ਪਹਿਲਾਂ ਸੋਚਿਆ ਹੁੰਦਾ ਹੈ ਉਹ ਸਾਡਾ ਪੂਰਾ ਨਹੀਂ ਹੁੰਦਾ, ਉੱਥੇ ਤੱਕ ਨਹੀਂ ਪਹੁੰਚ ਹੁੰਦਾ, ਤਾਂ ਅਸੀਂ ਦੂਸਰੀ ਜਾਂ ਤੀਸਰੀ ਜਿਹੜੀ ਆਪਣੀ ਪਹਿਲ ਹੈ ਉਹਦੇ ਬਾਰੇ ਵੀ ਸੋਚੀਏ। ਜਿਹੜੇ ਵੀ ਕਿੱਤੇ ਵਿੱਚ ਸਾਥੋਂ ਜਾ ਹੋਵੇ ਉਸ ਦੀ ਚੋਣ ਕਰਨੀ ਚਾਹੀਦੀ ਹੈ, ਪਰ ਕੁਝ ਸ਼ਰਤਾਂ ਦਾ ਖਿਆਲ ਰੱਖ। ਪਹਿਲੀ ਸ਼ਰਤ ਤਾਂ ਇਹ ਕਿ ਆਪਣਾ ਰੁਝਾਨ ਜਾਂ ਸ਼ੌਕ, ਰੁਚੀ ਵੇਖਣੀ ਆ, ਆਪਣੀ ਕਾਬਲੀਅਤ ਵੇਖਣੀ ਆ।
ਮੰਨ ਲਓ ਕਿਸੇ ਬੱਚੇ ਨੇ ਜੇ ਫੌਜ ਪੁਲਿਸ 'ਚ ਭਰਤੀ ਹੋਣਾ ਤਾਂ ਉਸਦੇ ਸਰੀਰ ਵਿੱਚ ਚੁਸਤੀ ਫੁਰਤੀ ਹੋਣੀ ਚਾਹੀਦੀ ਹੈ, ਕੱਦ ਕਾਠ ਉਸ ਮੁਤਾਬਿਕ ਹੋਵੇ। ਇੱਦਾਂ ਹੀ ਕਿਸੇ ਨੇ ਡਾਕਟਰੀ ਪੇਸ਼ੇ 'ਚ ਜਾਣਾ ਹੈ, ਉਸ ਵਿੱਚ ਲਗਨ ਤੇਜ਼ ਦਿਮਾਗ ਦਾ ਹੋਣਾ ਬੜਾ ਜ਼ਰੂਰੀ ਹੈ। ਕਿਸੇ ਨੇ ਆਰਟ ਪੇਂਟ ਸਾਈਡ ਜਾਣਾ ਹੈ ਤਾਂ ਉਸ ਨੂੰ ਚਿੱਤਰਕਾਰੀ ਵਗੈਰਾ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ। ਖੇਡਾਂ ਵਾਲੇ ਖੇਤਰ 'ਚ ਜਾਣਾ ਹੈ ਤਾਂ ਉਸ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਹਨ। ਇਹਨਾਂ ਗੁਣਾਂ ਤੋਂ ਇਲਾਵਾ ਅਸੀਂ ਆਪਣੇ ਘਰ ਦੇ ਹਾਲਾਤ ਵੀ ਦੇਖਣੇ ਹਨ ਕਿ ਕਿਹੜੇ ਖੇਤਰ 'ਚ ਕਿੰਨੇ ਕੁ ਪੈਸੇ ਦੀ ਲੋੜ ਹੈ। ਕੀ ਸਾਡੇ ਮਾਪਿਓ ਆਰਥਿਕ ਤੌਰ 'ਤੇ ਅਸੀਂ ਆਪ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਪੈਸੇ ਜੋੜ ਸਕਦੇ ਹਾਂ, ਖਰਚ ਸਕਦੇ ਹਾਂ ਉਸ ਖੇਤਰ ਵਿੱਚ। ਤੀਸਰੀ ਗੱਲ ਇਹ ਹੈ ਕਿ ਆਪਣੇ ਸਮਾਜਿਕ ਹਾਲਾਤ ਵੀ ਵੇਖਣੇ ਹਨ ਕਿ ਜਿਹੜਾ ਕੋਰਸ ਹੈ, ਕਿੱਤਾ ਅਸੀਂ ਕਿੱਥੇ ਕਰ ਸਕਦੇ ਹਾਂ, ਤਾਂ ਕੀ ਉੱਥੇ ਤੱਕ ਜਾਇਆ ਜਾ ਸਕਦਾ ਹੈ, ਸਾਡੇ ਕੋਲ ਆਵਾਜਾਈ ਦੇ ਸਾਧਨ ਹਨ, ਨਜ਼ਦੀਕ ਕੋਈ ਹੈ ਇਸ ਤਰ੍ਹਾਂ ਦੀ ਆਪਸ਼ਨ। ਸੋ ਨਾਲ ਹੀ ਕਰੀਅਰ ਕਾਉਂਸਲਰ ਨੇ ਦੱਸਿਆ ਕੁਝ ਨਵੇਂ ਰੁਜ਼ਗਾਰਾਂ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ, ਜਿਵੇਂ ਯੂਟਿਊਬਰ, ਵੈੱਬ ਡਿਜ਼ਾਈਨਰ, ਡੌਗ ਟ੍ਰੇਨਰ, ਕੁੱਕ, ਲੈਦਰ, ਪਲਾਸਟਿਕ ਅਤੇ ਟੈਕਸਟਾਈਲ ਇੰਜੀਨੀਅਰਿੰਗ ਸਰਵਿਸਿਜ਼ ਵਗੈਰਾ ਦਾ ਖੇਤਰ। ਇਸ ਤੋਂ ਇਲਾਵਾ ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇ ਅਸੀਂ ਇਕੱਠੇ ਹੋ ਕੇ ਗੱਲਬਾਤ ਕਰਦੇ ਹਾਂ ਤਾਂ ਗਰੁੱਪ ਕਾਉਂਸਲਿੰਗ ਹੁੰਦੀ ਹੈ। ਇਕੱਲਿਆਂ ਨਾਲ ਜਿਹੜੀ ਗੱਲ ਹੁੰਦੀ ਹੈ, ਇੱਕ ਆਦਮੀ ਦੀ ਆਪਸ 'ਚ ਗੱਲ, ਉਸ ਨੂੰ ਕਹਿੰਦੇ ਹਨ ਨਿੱਜੀ ਕਾਉਂਸਲਿੰਗ ਜਾਂ ਪਰਸਨਲ ਕਾਉਂਸਲਿੰਗ। ਦੂਸਰਾ ਸਾਡਾ ਜਿਹੜਾ ਅਗਲਾ ਅਧਿਆਇ ਹੈ ਉਹ ਹੈ ਰੈਸ਼ਨਲ ਥਿੰਕਿੰਗ, ਤਰਕ ਸੰਗਤ ਸੋਚ। ਸਭ ਤੋਂ ਪਹਿਲਾਂ ਤਾਂ ਦੱਸਿਆ ਗਿਆ ਹੈ ਕਿ ਮੁੰਡੇ ਅਤੇ ਕੁੜੀਆਂ ਪ੍ਰਤੀ ਸਮਾਜਿਕ ਧਾਰਨਾ ਸਾਡੀ ਕਿਸ ਤਰ੍ਹਾਂ ਦੀ ਹੈ। ਅਸਲ ਦੇ ਵਿੱਚ ਅੱਜ ਕੱਲ੍ਹ ਭਾਵੇਂ ਵਿਤਕਰਾ ਘਟ ਰਿਹਾ, ਪਰ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਭੇਦਭਾਵ ਅਜੇ ਵੀ ਕਿਤੇ ਨਾ ਕਿਤੇ ਜਾਰੀ ਹੈ। ਇਸ ਨੂੰ ਦੂਰ ਕਰਨ ਦੇ ਲਈ ਮੁੰਡੇ ਕੁੜੀਆਂ ਨੂੰ ਬਰਾਬਰ ਦੇ ਮੌਕੇ, ਲਾਡ ਪਿਆਰ, ਮਾਣ ਸਨਮਾਨ ਦੇਣ ਦੇ ਲਈ, ਜ਼ਿੰਮੇਵਾਰੀਆਂ ਦੇਣ ਦੇ ਲਈ ਕੁਝ ਗਤੀਵਿਧੀਆਂ ਹਨ। ਪਹਿਲੀ ਵਿੱਚ ਤਾਂ ਇਹ ਹੈ ਕਿ ਮੁੰਡੇ ਅਤੇ ਕੁੜੀਆਂ ਦੇ 4-4 ਜਾਣਿਆਂ ਦੇ ਗਰੁੱਪ ਬਣਾ ਕੇ ਉਹਨਾਂ ਨੂੰ ਕਿਹਾ ਗਿਆ ਤੇ 4-4 ਫੁੱਟ ਡੂੰਘਾ ਟੋਆ ਪੁੱਟਣਾ ਹੈ। ਅਤੇ ਫਿਰ ਉਹਨਾਂ ਦੇ ਗਰੁੱਪ ਲੀਡਰ ਨੂੰ ਹਦਾਇਤ ਕੀਤੀ ਕਿ ਉਹ ਸਾਰਿਆਂ ਦਾ ਰਿਐਕਸ਼ਨ ਨੋਟ ਕਰੇ, ਪ੍ਰਤੀਕਰਮ ਨੋਟ ਕਰੇ। ਇਸੇ ਤਰ੍ਹਾਂ ਅਗਲੀ ਗਤੀਵਿਧੀ ਵਿੱਚ ਜਿਵੇਂ ਸਕੂਲ ਦਾ ਸਾਲਾਨਾ ਸਮਾਗਮ ਹੈ, ਉਸ ਵਿੱਚ ਮੁੰਡਿਆਂ ਦੀ ਡਿਊਟੀ ਪ੍ਰਾਹੁਣਚਾਰੀ 'ਤੇ ਲਾਈ ਹੈ। ਉਹਨਾਂ ਨੇ ਚਾਹ ਪਾਣੀ ਵਰਤਾਉਣਾ ਵੀ ਹੈ, ਭਾਂਡੇ ਵੀ ਧੋਣੇ ਹਨ ਅਤੇ ਫਿਰ ਇਸ ਸੰਬੰਧੀ ਮੁੰਡੇ ਅਤੇ ਕੁੜੀਆਂ ਦਾ ਪ੍ਰਤੀਕਰਮ ਰਿਐਕਸ਼ਨ ਫਿਰ ਨੋਟ ਕਰਨਾ ਹੈ। ਅਸਲ ਵਿੱਚ ਅਸੀਂ ਇੱਥੇ ਧਾਰਨਾ ਤੋੜਨੀ ਚਾਹੁੰਦੇ ਹਾਂ ਕਿ ਜ਼ੋਰ ਭਾਰ ਦੇ ਜਾਂ ਤਕੜਾਈ ਦੇ ਕੰਮ ਸਿਰਫ ਮੁੰਡੇ ਕਰ ਸਕਦੇ ਹਨ, ਕੁੜੀਆਂ ਕਮਜ਼ੋਰ ਹਨ, ਉਹਨਾਂ ਦਾ ਕੰਮ ਚਾਹ ਪਾਣੀ ਬਣਾਉਣਾ, ਵਰਤਾਉਣਾ ਅਤੇ ਭਾਂਡੇ ਧੋਣਾ ਹੈ। ਸੋ ਸਭ ਕੰਮ ਸਭ ਲਈ ਸਾਂਝੇ ਹਨ, ਇਹ ਦੱਸਿਆ ਜਾ ਰਿਹਾ ਹੈ। ਸੋ ਅੱਗਿਓਂ ਸਮੇਂ ਦੀ ਸਹੀ ਵਰਤੋਂ ਬਾਰੇ ਹੈ, ਜਿਸ ਦੇ ਲਈ ਬਹੁਤ ਅੱਛੀ ਦਿਲਚਸਪ ਗਤੀਵਿਧੀ ਹੈ। ਤੁਸੀਂ ਆਪਣੀ ਸਮਾਂ ਸਾਰਣੀ ਬਣਾਉਣੀ ਹੈ। ਯੂ ਹੈਵ ਟੂ ਪ੍ਰਪੇਅਰ ਯੋਰ ਟਾਈਮ ਟੇਬਲ ਅਕੋਰਡਿੰਗ ਟੂ ਵਿਚ ਯੂ ਹੈਵ ਟੂ ਗਿਵ appropriate time for these activities. Getting up, personal hygiene, breakfast, going to school, timing in school, coming back, talking time, eating time, sleep time, study time, time spending on mobile, time spent on mobile, recreation as watching TV, playing, etc. ਸੋ ਖੇਡਣ ਦਾ, ਟੀਵੀ ਵੇਖਣ ਦਾ, ਗੱਲਬਾਤ ਕਰਨ ਦਾ, ਪੜ੍ਹਾਈ ਦਾ, ਘਰ ਵਿੱਚ ਸਹਿਯੋਗ ਦੇਣਾ, ਹੈਲਪਿੰਗ ਯੋਰ ਪੇਰੈਂਟਸ ਔਰ ਸਿਬਲਿੰਗਸ ਇਨ ਫੈਮਿਲੀ ਵਰਕਸ, ਹਾਊਸਹੋਲਡ। ਸੋ ਘਰ ਦੇ ਕੰਮਾਂ 'ਚ ਕਿਸ ਤਰ੍ਹਾਂ ਤੁਸੀਂ ਸਹਾਇਤਾ ਕਰਦੇ ਹੋ, ਮੋਬਾਈਲ 'ਤੇ ਕਿੰਨਾ ਸਮਾਂ ਗੁਜ਼ਾਰਦੇ ਹੋ, ਇਹ ਸਭ ਕੁਝ ਦਾ ਤੁਸੀਂ ਟਾਈਮ ਟੇਬਲ ਬਣਾ ਲੈਣਾ ਹੈ ਚਾਰਟ ਦੇ ਮੁਤਾਬਿਕ। ਅਤੇ ਤੁਹਾਨੂੰ ਅੰਕ ਵੀ ਦਿੱਤੇ ਜਾਣਗੇ, 100 ਦੇ ਵਿੱਚੋਂ ਕਿੰਨੇ ਅੰਕ ਤੁਸੀਂ ਹਾਸਲ ਕਰਦੇ ਹੋ। ਇਸ ਦਾ ਤੀਸਰਾ ਭਾਗ ਹੈ ਮੋਬਾਈਲ, ਇੰਟਰਨੈੱਟ ਅਤੇ ਸੰਚਾਰ ਸਾਧਨਾਂ ਦੀ ਸਵਰਤੋਂ। ਸੋ ਪਹਿਲੀ ਗਤੀਵਿਧੀ ਸਕੂਲ ਦੀ ਕੰਪਿਊਟਰ ਲੈਬ ਦੀ ਹੈ, ਜਿੱਥੇ ਜਾ ਕੇ ਵਿਦਿਆਰਥੀਆਂ ਨੇ ਸਰਚ ਕਰਨਾ ਹੈ। ਜਿਨ੍ਹਾਂ ਨੂੰ ਕੋਈ ਨਿਸ਼ਚਿਤ ਟਾਰਗੇਟ ਦਿੱਤਾ ਹੈ ਉਹ ਬੱਚੇ ਵਧੀਆ ਸਰਚ ਕਰ ਲੈਂਦੇ ਹਨ। ਜਿਹੜੇ ਆਪਣੀ ਮਰਜ਼ੀ ਨਾਲ ਹੀ ਇੱਧਰ ਉੱਧਰ ਸਾਈਟਸ ਦੇਖਦੇ ਆ, ਉਹਨਾਂ ਦੇ ਨਤੀਜੇ ਕਈ ਵਾਰ ਓਨੇ ਚੰਗੇ ਨਹੀਂ ਨਿਕਲਦੇ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸਾਨੂੰ ਨੈੱਟ ਦੀ ਵਰਤੋਂ ਸੋਚ ਸਮਝ ਕੇ ਪਲੈਨਿੰਗ ਨਾਲ ਸਹੀ ਰੂਪ ਵਿੱਚ ਕਰਨੀ ਚਾਹੀਦੀ ਹੈ। ਆਖਰੀ ਉਪਭਾਗ ਹੈ ਜੀ ਗਲਤ ਧਾਰਨਾਵਾਂ ਤੋਂ ਬਚੋ, ਅਵੋਇਡ ਮਿਸਕਨਸੈਪਸ਼ਨਸ। ਕੁਝ ਗਲਤ ਧਾਰਨਾਵਾਂ ਨੇ, ਜਿਵੇਂ ਕਿ ਖੇਡਾਂ ਲਈ ਤਕੜੇ ਹੋਣ ਲਈ ਸਾਨੂੰ ਕੁਝ ਪ੍ਰੋਡਕਟ ਜਿਹੇ ਖਾਣੇ ਪੈਂਦੇ ਨੇ, ਜਾਂ ਕਿਤੇ ਅਸੀਂ ਕੁਝ ਅੰਧ ਵਿਸ਼ਵਾਸਾਂ ਦਾ ਸ਼ਿਕਾਰ ਹੁੰਦੇ ਹਾਂ, ਉਹਨਾਂ ਸਾਰਿਆਂ ਨੂੰ ਦਰਕਿਨਾਰ ਕੀਤਾ ਗਿਆ ਹੈ। ਸੰਦੀਪ ਨਾਂ ਦੀ ਲੜਕੀ ਦੀ ਜਿਹੜੀ ਗਲਤ ਧਾਰਨਾ ਸੀ ਉਸ ਨੂੰ ਹਟਾਇਆ ਗਿਆ ਹੈ। ਮੈਡਮ ਕਮਲਾ ਨੇ ਉਸ ਨੂੰ ਸਮਝਾਇਆ ਹੈ। ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਜੋ ਡਿਸਕਲੇਮਰ
ਹੁੰਦਾ ਹੈ, ਉਸ ਦਾ ਕੀ ਮਹੱਤਵ ਹੈ। ਕੰਪਨੀਆਂ ਦੀਆਂ ਇਸ਼ਤਿਹਾਰ ਐਡਸ ਦੇ ਉੱਪਰ ਸਾਨੂੰ ਬਹੁਤਾ ਯਕੀਨ ਨਹੀਂ ਕਰਨਾ ਚਾਹੀਦਾ। ਇਹ ਸਭ ਕੁਝ ਦੱਸਿਆ ਹੈ ਤਾਂ ਕਿ ਅਸੀਂ ਤਰਕ ਸੰਗਤ ਦਲੀਲ ਦੇ ਨਾਲ ਵਿਚਰ ਸਕੀਏ ਸਮਾਜ ਵਿੱਚ। ਆਖਰੀ ਸਵਾਲ ਦਾ ਉੱਤਰ ਵੀ ਇਹੀ ਹੈ ਕਿ ਤਰਕ ਸੰਗਤ ਸੋਚ ਦਲੀਲ ਦੇ ਨਾਲ ਅਸੀਂ ਗਲਤ ਧਾਰਨਾਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ।